ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 598 ਤੋਂ ਲੈ ਕੇ 600 ਅੰਗ ਤੱਕ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ। ਵਾਹਿਗੁਰੂ ਜੀ। ਸੋਰਠ ਮਹੱਲਾ ਪਹਿਲਾ ਪੰਚਪਦੇ। ਆਪਣਾ ਘਰ ਮੂਸਤ ਰਾਖ ਨਾ ਸਕੈ, ਕੀ ਪਰ ਘਰ ਜੋਹਨ ਲਾਗਾ। ਘਰ ਦਰ ਰਾਖੈ ਜੇ ਰਸ ਚਾਖੈ, ਜੋ ਗੁਰਮੁਖ ਸੇਵਕ ਲਾਗਾ। ਮਨ ਰੇ ਸਮਝ ਕਵਨ ਮਤ ਲਾਗਾ, ਨਾਮ ਵਿਸਾਰ ਅਨ ਰਸ ਲੋ ਪਾਨੇ। ਫਿਰ ਪਛਤਾਹੇ ਅਪਾਗਾ ਰਹਾਓ। ਵਾਹਿਗੁਰੂ ਜੀ। ਹਾਂਜੀ ਸੰਗਤ ਜੀ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਹੇ ਜੀਵ, ਤੂੰ ਆਪਣਾ ਹਿਰਦਾ, ਆਪਣਾ ਮਨ ਤਾਂ ਵਿਕਾਰਾਂ ਵੱਲੋਂ ਸਾਂਭ ਕੇ ਨਹੀਂ ਰੱਖ ਸਕਦਾ, ਤੇ ਦੂਜਿਆਂ ਦੇ ਜਿਹੜੇ ਔਗਣ ਨੇ ਉਹਨਾਂ ਦੀਆਂ ਤੂੰ ਗੱਲਾਂ ਕਰਦਾ। ਦੂਜਿਆਂ ਦੇ ਔਗਣਾਂ ਦਾ ਨਿਰੀਖਣ ਕਰਦਾ, ਉਹਨਾਂ ਨੂੰ ਮਤਲਬ ਉਜਾਗਰ ਕਰਦਾ, ਪਰ ਆਪਣੇ ਘਰ ਦਾ ਤੈਨੂੰ ਪਤਾ ਨਹੀਂ ਲੱਗਦਾ ਵੀ ਤੇਰੇ ਅੰਦਰ ਵੀ ਜਿਹੜੇ ਕਾਮਾਦਿਕ ਵੈਰੀ ਨੇ ਉਹ ਤੇਰੇ ਅੰਦਰ ਸਾਰੇ ਵਿਕਾਰ ਇਕੱਠੇ ਕਰੀ ਜਾ ਰਹੇ ਨੇ। ਕਹਿੰਦੇ ਵੀ ਜਿਹੜਾ ਜੀਵ ਪਰਮੇਸ਼ਰ ਦੇ ਨਾਮ ਰਸ ਨੂੰ ਚੱਖ ਲੈਂਦਾ, ਉਹਨੂੰ ਹੀ ਆਪਣੇ ਹਿਰਦੇ ਘਰ ਦੀ ਪਛਾਣ ਆਉਂਦੀ ਆ। ਇਹ ਉਹੀ ਸੇਵਕ ਆ ਜੋ ਗੁਰੂ ਦੇ ਸਨਮੁਖ ਹੋ ਕੇ ਪਰਮੇਸ਼ਰ ਦਾ ਨਾਮ ਰਸ ਚੱਖਦਾ, ਉਹ ਫਿਰ ਆਪਣਾ ਘਰ-ਦਰ ਸਾਂਭ ਲੈਂਦਾ। ਹੇ ਮਨ, ਕਹਿੰਦੇ ਤੂੰ ਕਿਹੜੀ ਮੱਤ ਦੇ ਪਿੱਛੇ ਲੱਗਿਆ ਹੋਇਆ। ਨਾਮ ਵਿਸਾਰ ਅਨ ਰਸ ਲੋ ਪਾਨੇ। ਕਹਿੰਦੇ ਪਰਮਾਤਮਾ ਦਾ ਜਿਹੜਾ ਨਾਮ ਰਸ ਆ ਉਹਨੂੰ ਤਾਂ ਤੂੰ ਵਿਸਾਰ ਦਿੱਤਾ, ਸੰਸਾਰ ਦੇ ਹੋਰ ਰਸਾਂ ਦੇ ਪਿੱਛੇ ਤੂੰ ਲੱਗਿਆ ਹੋਇਆ, ਤੇ ਅੰਤ ਦੇ ਵਿੱਚ ਫਿਰ ਪਛਤਾਏਂਗਾ, ਭਾਗਹੀਣ ਬਣ ਜਾਏਗਾ। ਆਵਤ ਕੋ ਹਰਖ ਜਾਤ ਕੋ ਰੋਵੈ, ਇਹ ਦੁੱਖ ਸੁੱਖ ਨਾਲੇ ਲਾਗਾ। ਆਪੇ ਦੁੱਖ ਸੁੱਖ ਭੋਗ ਭੋਗਾਵੈ, ਗੁਰਮੁਖ ਸੋ ਅਨਰਾਗਾ। ਕਹਿੰਦੇ ਜਿਹੜੇ ਜੀਵ ਨੇ ਉਹ ਧਨ ਨੂੰ ਆਉਂਦੇ ਨੂੰ ਦੇਖ ਕੇ ਤਾਂ ਖੁਸ਼ ਹੁੰਦੇ ਨੇ, ਜਦੋਂ ਧਨ ਜਾਂਦਾ ਫਿਰ ਰੋਂਦੇ ਨੇ। ਇਹ ਜਿਹੜਾ ਧਨ ਦਾ ਦੁੱਖ ਸੁੱਖ ਆ, ਇਹ ਜੀਵ ਦੇ ਨਾਲ ਹੀ ਚਿੰਬੜਿਆ ਹੋਇਆ। ਫਿਰ ਕਹਿੰਦੇ ਭਾਈ ਜੀਵ ਦੇ ਵੀ ਕੀ ਵਸ। ਇਹ ਜਿਹੜੇ ਦੁੱਖ ਸੁੱਖ ਨੇ ਇਹ ਪਰਮੇਸ਼ਰ ਨੇ ਜੀਵਾਂ ਨੂੰ ਲਾਏ ਹੋਏ ਨੇ, ਤੇ ਜੀਵਾਂ ਦੇ ਵਿੱਚ ਹੀ ਪਰਮੇਸ਼ਰ ਵਿਆਪਕ ਹੋ ਕੇ ਸਭ ਕੁਛ ਆਪ ਹੀ ਕਰ ਰਿਹਾ ਹੈ। ਜੋ ਕਹਿੰਦੇ ਗੁਰੂ ਦੇ ਸਨਮੁਖ ਹੁੰਦਾ ਜੀਵ, ਉਹੀ ਕਹਿੰਦੇ ਫਿਰ ਪਰਮੇਸ਼ਰ ਦੇ ਪ੍ਰੇਮ ਵਿੱਚ ਲੱਗ ਸਕਦਾ ਤੇ ਮਾਇਆ ਦੇ ਵਿੱਚੋਂ ਨਿਰਲੇਪ ਹੋ ਸਕਦਾ। ਹਰ ਰਸ ਉਪਰ ਅਵਰ ਕਿਆ ਕਹੀਐ, ਜਿਨ ਪੀਆ ਸੋ ਤ੍ਰਿਪਤਾਗਾ। ਮਾਇਆ ਮੋਹਿਤ ਜਿਨ ਇਹ ਰਸ ਖੋਇਆ, ਜਾ ਸਾਕਤ ਦੁਰਮਤ ਲਾਗਾ। ਕਹਿੰਦੇ ਜੋ ਪਰਮੇਸ਼ਰ ਦਾ ਨਾਮ ਰਸ ਆ, ਇਹਦੇ ਜਿੰਨਾ ਸਵਾਦਿਸ਼ਟ ਹੋਰ ਕਿਹੜੀ ਚੀਜ਼ ਆ ਦੁਨੀਆ 'ਚ, ਤੇ ਜਿਹਨੇ ਇਹ ਪੀ ਲਿਆ ਉਹ ਪੂਰਾ ਤ੍ਰਿਪਤ ਹੋ ਗਿਆ। ਪਰ ਜਿਹੜੇ ਕਹਿੰਦੇ ਹੈਗੇ ਨੇ ਮਨਮੁਖ, ਉਹ ਮਾਇਆ ਦੇ ਰਸਾਂ ਵਿੱਚ ਮੋਹਿਤ ਨੇ, ਉਹਨਾਂ ਨੇ ਇਹ ਨਾਮ ਰਸ ਗਵਾ ਲਿਆ ਹੈ। ਉਹਨਾਂ ਨੂੰ ਕਹਿੰਦੇ ਮਾਇਆ ਦੇ ਵਿੱਚ ਗਲਤਾਨ ਹੋਇਆਂ ਨੂੰ ਇਸ ਮਾੜੀ ਮੱਤ ਦੇ ਪਿੱਛੇ ਲੱਗੇ ਹੋਏ ਨੇ। ਮਨ ਕਾ ਜਿਉ ਪਵਨ ਪਤ ਦੇਹੀ, ਦੇਹੀ ਮੈਂ ਦਿਓ ਸਮਾਗਾ। ਜੇ ਤੂੰ ਦੇਹ ਤਾਂ ਹਰ ਰਸ ਗਾਈ, ਮਨ ਤ੍ਰਿਪਤੈ ਹਰ ਲਿਵ ਲਾਗਾ। ਕਹਿੰਦੇ ਜੋ ਮੇਰੇ ਮਨ ਦੀ ਜਿੰਦ ਹੈ, ਜੋ ਮੇਰੇ ਸਵਾਸਾਂ ਨੂੰ ਰੱਖਣ ਵਾਲਾ ਹੈ ਪਰਮਾਤਮਾ, ਉਹ ਮੇਰੀ ਦੇਹੀ ਦੇ ਵਿੱਚ ਹੀ ਹੈ। ਤੇ ਉਹਦੇ ਕਹਿੰਦੇ ਗੁਣ ਕੌਣ ਗਾਉਂਦਾ ਹੈ, ਜੇ ਪਰਮੇਸ਼ਰ ਆਪ ਹੀ ਬਖਸ਼ਿਸ਼ ਕਰੇ। ਤੇ ਜਿਹੜਾ ਗਾਉਂਦਾ ਹੈ ਉਹਦਾ ਮਨ ਤ੍ਰਿਪਤ ਜਾਂਦਾ ਹੈ, ਤੇ ਉਹਨੂੰ ਫਿਰ ਪਰਮੇਸ਼ਰ ਦੇ ਨਾਲ ਪ੍ਰੇਮ ਪੈ ਜਾਂਦਾ ਹੈ।
ਸਾਧ ਸੰਗਤ ਮਹਿ ਹਰ ਰਸ ਪਾਈਐ, ਗੁਰ ਮਿਲਿਐ ਜਮ ਪਉ ਭਾਗਾ। ਨਾਨਕ ਰਾਮ ਨਾਮ ਜਪ ਗੁਰਮੁਖ, ਹਰ ਪਾਏ ਮਸਤਕ ਭਾਗਾ। ਕਿ ਸਾਧ ਸੰਗਤ ਦੇ ਵਿੱਚ ਗੁਰੂ ਨੂੰ ਮਿਲ ਕੇ ਇਹ ਰਸ ਜੋ ਹੈਗਾ ਹਰੀ ਦੇ ਨਾਮ ਦਾ ਰਸ ਮਿਲਦਾ। ਜਿਸ ਜੀਵ ਨੂੰ ਉਹ ਮਿਲ ਗਿਆ ਉਹਦਾ ਆਤਮਿਕ ਮੌਤ ਦਾ ਅਤੇ ਜਮ ਦਾ ਡਰ ਚੁੱਕ ਹੋ ਜਾਂਦਾ। ਨਾਨਕ ਜੀ ਕਹਿੰਦੇ ਨੇ ਜੋ ਗੁਰੂ ਦੇ ਸਨਮੁਖ ਹੋ ਕੇ ਪਰਮੇਸ਼ਰ ਦਾ ਨਾਮ ਜਪਦੇ ਨੇ ਉਹ ਪਰਮੇਸ਼ਰ ਨੂੰ ਪਾ ਲੈਂਦੇ ਨੇ, ਉਹਨਾਂ ਦੇ ਮਸਤਕ ਦੇ ਭਾਗ ਖੁੱਲ੍ਹ ਜਾਂਦੇ ਨੇ। ਸੋਰਠ ਮਹੱਲਾ ਪਹਿਲਾ। ਸਰਬ ਜੀਆਂ ਸਿਰ ਲੇਖ ਤੁਰਾਹੂ, ਬਿਨ ਲੇਖੈ ਨਹੀਂ ਕੋਈ ਜੀਓ। ਆਪ ਅਲੇਖ ਕੁਦਰਤ ਕਰ ਦੇਖੈ, ਹੁਕਮ ਚਲਾਏ ਸੋਈ ਜੀਓ। ਮਨ ਰੇ ਰਾਮ ਜਪੋ ਸੁਖ ਹੋਈ, ਅਹਨਸ ਗੁਰ ਕੇ ਚਰਨ ਸਰੇਵੋ। ਹਰ ਦਾਤਾ ਭੁਗਤਾ ਸੋਈ ਰਹਾਓ। ਵਾਹਿਗੁਰੂ ਜੀ। ਹਾਂਜੀ ਸੰਗਤ ਜੀ, ਪਾਤਸ਼ਾਹ ਕਹਿੰਦੇ ਨੇ ਕਿ ਸਾਰੇ ਜੀਵਾਂ ਦੇ ਸਿਰ ਦੇ ਉੱਪਰ ਪਰਮੇਸ਼ਰ ਵੱਲੋਂ ਕਰਮਾਂ ਦੇ ਅਨੁਸਾਰ ਲੇਖ ਲਿਖੇ ਗਏ ਨੇ, ਜਿਹਦੇ ਅਨੁਸਾਰ ਹੁਣ ਵੀ ਜੀਵ ਕਰਮ ਕਰ ਰਹੇ ਨੇ। ਪਰ ਕਹਿੰਦੇ ਇੱਕ ਪਰਮਾਤਮਾ ਜਿਹਦੇ ਸਿਰ ਦੇ ਉੱਪਰ ਕੋਈ ਲੇਖ ਨਹੀਂ ਹੈ ਅਤੇ ਉਹਨੇ ਕੁਦਰਤ ਸਾਜੀ ਆ ਅਤੇ ਸਾਰੀ ਦੇ ਉੱਪਰ ਆਪ ਆਪਣਾ ਹੁਕਮ ਚਲਾ ਰਿਹਾ ਹੈ। ਕਹਿੰਦੇ ਹੇ ਮੇਰੇ ਮਨ, ਉਸ ਪਰਮੇਸ਼ਰ ਦਾ ਨਾਮ ਜਪ, ਸੁੱਖ ਪਾਏਗਾ। ਜੇ ਕਹਿੰਦੇ ਹਰ ਵਕਤ ਹਰ ਰੋਜ਼ ਉਸ ਗੁਰੂ ਦੇ ਚਰਨਾਂ ਵਿੱਚ ਜੁੜੀਏ, ਜੋ ਗੁਰੂ ਦਾਤਾ ਦੇਣ ਵਾਲਾ ਵੀ ਹੈ। ਜਿਸ ਤਰ੍ਹਾਂ ਗੁਰੂ ਦੇ ਰੂਪ ਵਿੱਚ ਪਰਮੇਸ਼ਰ ਦਾਤਾ ਦੇਣ ਵਾਲਾ ਵੀ ਹੈ ਅਤੇ ਜੀਵ ਦੇ ਵਿੱਚ ਵਿਆਪਕ ਹੋ ਕੇ ਉਹਨਾਂ ਦਾਤਾਂ ਨੂੰ ਭੋਗਣ ਵਾਲਾ ਵੀ ਹੈ। ਉਹੀ ਪਰਮੇਸ਼ਰ ਗੁਰੂ ਦੇ ਰੂਪ ਵਿੱਚ ਦਾਤਾ ਬਣ ਗਿਆ, ਜੀਵ ਦੇ ਰੂਪ ਵਿੱਚ ਭੋਗਣ ਵਾਲਾ ਬਣ ਗਿਆ। ਜੋ ਅੰਤਰ ਸੋ ਬਾਹਰ ਦੇਖੋ, ਅਵਰ ਨ ਦੂਜਾ ਕੋਈ ਜੀਓ। ਗੁਰਮੁਖ ਏਕ ਦ੍ਰਿਸ਼ਟ ਕਰ ਦੇਖੋ, ਘਟ ਘਟ ਜੋਤ ਸਮੋਈ ਜੀਓ। ਕਹਿੰਦੇ ਸਾਡੇ ਅੰਦਰ ਅਤੇ ਬਾਹਰ ਉਸੇ ਪਰਮੇਸ਼ਰ ਦੀ ਜੋਤ ਹੈ, ਉਹਦੇ ਤੋਂ ਬਿਨਾਂ ਹੋਰ ਕੋਈ ਨਹੀਂ ਹੈ। ਜੋ ਗੁਰੂ ਦੇ ਸਨਮੁਖ ਹੁੰਦੇ ਨੇ ਉਹ ਫਿਰ ਇਸ ਗੱਲ ਨੂੰ ਦੇਖ ਲੈਂਦੇ ਨੇ, ਸਮਝ ਲੈਂਦੇ ਨੇ ਕਿ ਹਰ ਇੱਕ ਘਟ ਦੇ ਵਿੱਚ ਉਸ ਪਰਮੇਸ਼ਰ ਦੀ ਜੋਤ ਵਿਆਪਕ ਹੈ। ਚਲ ਤੋ ਠਾਕ ਰੱਖੋ ਘਰ ਆਪਣੇ, ਗੁਰ ਮਿਲਿਐ ਇਹ ਮਤ ਹੋਈ ਜੀਓ। ਦੇਖ ਅਦ੍ਰਿਸ਼ਟ ਰਹੋ ਬਿਸਮਾਦੀ, ਦੁੱਖ ਬਿਸਰੈ ਸੁਖ ਹੋਈ ਜੀਓ। ਕਹਿੰਦੇ ਆਪਣੇ ਚੰਚਲ ਮਨ ਨੂੰ ਠਹਿਰਾ ਕੇ ਰੱਖੋ ਆਪਣੇ ਹਿਰਦੇ ਘਰ ਵਿੱਚ, ਬਾਹਰ ਨਾ ਭੱਜਿਆ ਫਿਰੇ ਮਾਇਆ ਦੇ ਪਿੱਛੇ। ਪਰ ਕਹਿੰਦੇ ਜਦੋਂ ਗੁਰੂ ਦੇ ਨਾਲ ਮਿਲਾਪ ਹੁੰਦਾ ਜੀਵ ਦਾ, ਫਿਰ ਉਹਨੂੰ ਇਸ ਤਰ੍ਹਾਂ ਦੀ ਸੋਝੀ ਆਉਂਦੀ ਆ। ਕਹਿੰਦੇ ਉਹ ਪਰਮੇਸ਼ਰ ਜੋ ਅਦ੍ਰਿਸ਼ਟ ਹੈ, ਜਦੋਂ ਉਹਦਾ ਅਨੁਭਵ ਹੁੰਦਾ ਹੈ ਫਿਰ ਜੀਵ ਬਿਸਮਾਦ ਵਿੱਚ ਚਲੇ ਜਾਂਦਾ ਹੈ, ਉਹਦੇ ਸਾਰੇ ਦੁੱਖ ਖਤਮ ਹੋ ਜਾਂਦੇ ਨੇ, ਫਿਰ ਉਹਨੂੰ ਸੁੱਖ ਹੀ ਸੁੱਖ ਮਿਲਦੇ ਨੇ। ਪੀਵੋ ਅਪਿਓ ਪਰਮ ਸੁਖ ਪਾਈਐ, ਨਿਜ ਘਰ ਵਾਸਾ ਹੋਈ ਜੀਓ। ਜਨਮ ਮਰਨ ਪਵ ਪੰਜਨ ਗਾਈਐ, ਪੁਨਰਪ ਜਨਮ ਨ ਹੋਈ ਜੀਓ। ਕਹਿੰਦੇ ਜਦੋਂ ਪਰਮੇਸ਼ਰ ਦਾ ਅੰਮ੍ਰਿਤ ਰੂਪੀ ਨਾਮ ਦਾ ਸਵਾਦ ਚੱਖ ਲਿਆ, ਫਿਰ ਪਰਮ ਸੁੱਖ ਮਿਲਦਾ। ਫਿਰ ਜੀਵ ਆਪਣੇ ਨਿਜ ਦੇ ਘਰ ਵਿੱਚ ਟਿਕ ਜਾਂਦਾ, ਉਹਦਾ ਜਨਮ ਮਰਨ ਦਾ ਚੱਕਰ ਖਤਮ ਹੋ ਜਾਂਦਾ, ਕਿਉਂਕਿ ਉਸ ਪਰਮੇਸ਼ਰ ਦੀ ਸਿਫਤ ਸਲਾਹ ਕੀਤੀ ਹੈ ਜੋ ਸਾਡੇ ਸਾਰੇ ਡਰ ਖਤਮ ਕਰਨ ਵਾਲਾ ਹੈ। ਫਿਰ ਜੀਵ ਦਾ ਦੁਬਾਰਾ ਜਨਮ ਨਹੀਂ ਹੁੰਦਾ, ਉਹ ਪਰਮੇਸ਼ਰ ਦੇ ਵਿੱਚ ਸਮਾ ਜਾਂਦਾ। ਤਤ ਨਿਰੰਜਨ ਜੋਤ ਸਵਾਈ, ਸੋਹਾਂ ਭੇਦ ਨ ਕੋਈ ਜੀਓ। ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਓ। ਜਦੋਂ ਕਹਿੰਦੇ ਜੀਵ ਦਾ ਆਪਣੇ ਨਿਜ ਦੇ ਘਰ ਵਿੱਚ ਵਾਸਾ ਹੋ ਜਾਂਦਾ, ਜਦੋਂ ਜੀਵ ਦੀ ਸਭ ਤੋਂ ਉੱਚੀ ਆਤਮਿਕ ਅਵਸਥਾ ਮਿਲ ਜਾਂਦੀ ਆ,
ਫਿਰ ਉਸ ਨੂੰ ਇਸ ਗੱਲ ਦੀ ਸੋਝੀ ਹੋ ਜਾਂਦੀ ਆ ਕਿ ਜੀਵ ਦੇ ਵਿੱਚ ਅਤੇ ਪਰਮੇਸ਼ਰ ਵਿੱਚ ਕੋਈ ਭੇਦ ਨਹੀਂ। ਜਿਹੜੀ ਜੋਤ ਪਰਮੇਸ਼ਰ ਵਿੱਚ ਹੈ ਉਹੀ ਜੋਤੀ ਜੀਵ ਵਿੱਚ ਹੈ, ਅਤੇ ਫਿਰ ਪਰਮੇਸ਼ਰ ਅਤੇ ਜੀਵ ਇੱਕ ਹੀ ਹੈ। ਨਾਨਕ ਜੀ ਕਹਿੰਦੇ ਨੇ ਉਹ ਪਰਮੇਸ਼ਰ ਜੋ ਅਪਰੰਪਰ ਹੈ, ਜਿਹਦਾ ਭੇਦ ਨਹੀਂ ਪਾਇਆ ਜਾ ਸਕਦਾ, ਜੋ ਸਭ ਤੋਂ ਵੱਡਾ ਹੈ। ਨਾਨਕ ਦਾ ਗੁਰੂ ਉਹੀ ਹੈ, ਉਹੀ ਅਕਾਲ ਪੁਰਖ ਨਾਨਕ ਦਾ ਗੁਰੂ ਹੈ ਅਤੇ ਨਾਨਕ ਦਾ ਉਹਦੇ ਨਾਲ ਮਿਲਾਪ ਹੋਇਆ ਹੈ। ਸੋਰਠ ਮਹੱਲਾ ਪਹਿਲਾ ਘਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਜਾ ਤਿਸ ਭਾਵਾਂ ਤਦ ਹੀ ਗਾਵਾਂ, ਤਾਂ ਗਾਵੇ ਕਾ ਫਲ ਪਾਵਾਂ। ਗਾਵੇ ਕਾ ਫਲ ਹੋਈ, ਜਾ ਆਪੇ ਦੇਵੈ ਸੋਈ। ਮਨ ਮੇਰੇ ਗੁਰ ਬਚਨੀ ਨਿਦ ਪਾਈ, ਤਾਤੇ ਸੱਚ ਮੈਂ ਰਿਹਾ ਸਮਾਈ। ਰਹਾਓ। ਹਾਂਜੀ ਸੰਗਤ ਜੀ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜੇ ਪਰਮੇਸ਼ਰ ਨੂੰ ਠੀਕ ਲੱਗੇ, ਪਰਮੇਸ਼ਰ ਨੂੰ ਚੰਗਾ ਲੱਗੇ, ਪਰਮੇਸ਼ਰ ਨੂੰ ਭਾਵੇ, ਤਾਂ ਹੀ ਮੈਂ ਪਰਮੇਸ਼ਰ ਦੀ ਸਿਫਤ ਸਲਾਹ ਕਰ ਸਕਦਾ। ਅਤੇ ਉਸ ਸਿਫਤ ਸਲਾਹ ਕਰਨ ਦਾ ਮੈਨੂੰ ਫਲ ਵੀ ਮਿਲਦਾ। ਫਲ ਵੀ ਤਾਂ ਹੀ ਮਿਲਦਾ ਜੇ ਪਰਮੇਸ਼ਰ ਆਪ ਦਿੰਦਾ। ਕਹਿੰਦੇ ਮਨ ਮੇਰੇ ਗੁਰ ਬਚਨੀ ਨਿਧ ਪਾਈ। ਜਦੋਂ ਗੁਰੂ ਦੇ ਬਚਨਾਂ 'ਤੇ ਚੱਲਦੇ ਹਾਂ ਫਿਰ ਪਰਮੇਸ਼ਰ ਦਾ ਨਾਮ ਖਜ਼ਾਨਾ ਪ੍ਰਾਪਤ ਹੁੰਦਾ ਹੈ, ਅਤੇ ਫਿਰ ਜੀਵ ਪਰਮੇਸ਼ਰ ਦੇ ਵਿੱਚ ਲੀਨ ਹੋਇਆ ਰਹਿੰਦਾ ਹੈ। ਗੁਰ ਸਾਖੀ ਅੰਤਰ ਜਾਗੀ, ਤਾਂ ਚੰਚਲ ਮਤ ਤਿਆਗੀ। ਗੁਰ ਸਾਖੀ ਕਾ ਉਜਿਆਰਾ, ਤਾਂ ਮਿਟਿਆ ਸਗਲ ਅੰਧਾਰਾ। ਕਹਿੰਦੇ ਗੁਰੂ ਦੀ ਸਿੱਖਿਆ 'ਤੇ ਚੱਲ ਕੇ ਮੇਰੇ ਅੰਦਰ ਆਤਮਿਕ ਚਾਨਣ ਹੋ ਗਿਆ। ਤਾਂ ਜਿਹੜੀ ਚੰਚਲ ਮੱਤ ਸੀ ਹੁਣ ਉਹ ਤਿਆਗ ਦਿੱਤੀ ਗਈ ਆ। ਗੁਰੂ ਦੀ ਸਿੱਖਿਆ ਨੇ ਆਤਮਿਕ ਚਾਨਣ ਕਰ ਦਿੱਤਾ, ਅਤੇ ਅੰਦਰੋਂ ਮਾਇਆ ਦੇ ਮੋਹ ਦਾ ਜਿਹੜਾ ਹਨੇਰਾ ਸੀ ਸਾਰਾ ਖਤਮ ਹੋ ਗਿਆ। ਗੁਰ ਚਰਨੀ ਮਨ ਲਾਗਾ, ਤਾਂ ਜਮ ਕਾ ਮਾਰਗ ਪਾਗਾ। ਪੈ ਵਿੱਚ ਨਿਰਭਉ ਪਾਇਆ, ਤਾਂ ਸਹਜੇ ਕੈ ਕਰ ਆਇਆ। ਜਦੋਂ ਕਹਿੰਦੇ ਗੁਰੂ ਦੇ ਚਰਨਾਂ ਵਿੱਚ ਮੇਰਾ ਮਨ ਜੁੜ ਗਿਆ, ਤਾਂ ਫਿਰ ਜਿਹੜਾ ਜਮ ਦਾ ਮਾਰਗ ਸੀ ਉਹ ਕਿਧਰੇ ਹੀ ਚਲੇ ਗਿਆ। ਫਿਰ ਜਮ ਨਾਲ ਤਾਂ ਵਾਸਤਾ ਪੈਣਾ ਹੀ ਨਾ ਹੋਇਆ। ਜਦੋਂ ਪਰਮੇਸ਼ਰ ਦੇ ਡਰ ਅਦਬ ਵਿੱਚ ਰਿਹਾ, ਪਰਮੇਸ਼ਰ ਦੀ ਨਾਲ ਸਾਂਝ ਪੈ ਗਈ, ਤਾਂ ਜੀਵ ਆਤਮਿਕ ਅਡੋਲਤਾ ਵਿੱਚ ਟਿਕ ਗਿਆ, ਆਪਣੇ ਨਿੱਜ ਦੇ ਘਰ ਵਿੱਚ ਵਸ ਗਿਆ। ਚੰਚਲਤਾ ਖਤਮ ਹੋ ਗਈ ਮਨ ਦੀ। ਭਣਤ ਨਾਨਕ ਬੂਝੈ ਕੋ ਵਿਚਾਰੀ, ਇਸ ਜਗ ਮਹਿ ਕਰਨੀ ਸਾਰੀ। ਕਰਨੀ ਕੀਰਤ ਹੋਈ, ਜਾ ਆਪੇ ਮਿਲਿਆ ਸੋਈ। ਫਿਰ ਨਾਨਕ ਜੀ ਕਹਿੰਦੇ ਨੇ, ਕਹਿੰਦੇ ਇਸ ਗੱਲ ਦੀ ਵਿਚਾਰ ਕੋਈ ਹੀ ਕਰਦਾ ਹੈ ਜੱਗ ਵਿੱਚ। ਸਭ ਤੋਂ ਸ੍ਰੇਸ਼ਟ ਕਰਨ ਵਾਲਾ ਕੰਮ ਕਿਹੜਾ ਹੈ ਜੱਗ ਵਿੱਚ? ਸਭ ਤੋਂ ਉੱਤਮ ਕਾਰ ਹੈ ਜਿਹੜੀ ਕਰਨ ਵਾਲੀ, ਉਹ ਕਿਹੜੀ ਹੈ? ਉਹ ਕਹਿੰਦੇ ਪਰਮਾਤਮਾ ਦੀ ਸਿਫਤ ਸਲਾਹ। ਕਰਦਾ ਕੌਣ ਆ? ਜਿਹਨੂੰ ਪਰਮੇਸ਼ਰ ਮਿਲ ਪਿਆ ਹੁੰਦਾ ਹੈ। ਵਾਹਿਗੁਰੂ ਜੀ, ਵਾਹਿਗੁਰੂ ਜੀ। ਸੋਰਠ ਮਹੱਲਾ ਤੀਜਾ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੇਵਕ ਸੇਵ ਕਰੈ ਸਭ ਤੇਰੀ, ਜਿਨ ਸਬਦੈ ਸਾਧ ਆਇਆ। ਗੁਰ ਕਿਰਪਾ ਤੇ ਨਿਰਮਲ ਹੋਆ, ਜਿਨ ਵਿੱਚੋਂ ਆਪ ਗਵਾਇਆ। ਅਨ ਦਿਨ ਗੁਣ ਗਾਵੈ ਨਿਤ ਸਾਚੇ, ਗੁਰ ਕੈ ਸ਼ਬਦ ਸੁਹਾਇਆ। ਮੇਰੇ ਠਾਕੁਰ ਹਮ ਬਾਰਕ ਸਰਣ ਤੁਮਾਰੀ, ਏਕੋ ਸੱਚਾ ਸੱਚ ਤੂੰ ਕੇਵਲ, ਆਪ ਮੁਰਾਰੀ। ਰਹਾਓ। ਹਾਂਜੀ ਸੰਗਤ ਜੀ, ਗੁਰੂ ਅਮਰਦਾਸ ਜੀ ਕਹਿੰਦੇ ਨੇ ਉਹੀ ਸੇਵਕ ਕਹਿੰਦੇ ਗੁਰੂ ਦੀ ਦੱਸੀ ਹੋਈ ਸੇਵਾ ਭਗਤੀ ਕਰਦੇ ਨੇ, ਜਿਨ੍ਹਾਂ ਨੂੰ ਗੁਰੂ ਦੇ ਸ਼ਬਦ ਦਾ ਸਵਾਦ ਆ ਗਿਆ, ਸਵਾਦ ਚੱਖ ਲਿਆ ਗੁਰੂ ਦੇ ਸ਼ਬਦ ਦਾ। ਜਿਸ 'ਤੇ ਕਹਿੰਦੇ ਗੁਰੂ ਦੀ ਕਿਰਪਾ ਹੋ ਗਈ, ਉਸ ਜੀਵ ਨੇ ਅੰਦਰੋਂ ਆਪਾ ਭਾਵ ਖਤਮ ਕਰ ਲਿਆ। ਉਹਦਾ ਮਨ ਵਿਕਾਰਾਂ ਵੱਲੋਂ ਨਿਰਮਲ ਹੋ ਗਿਆ।
ਉਹ ਕਹਿੰਦੇ ਸਦਾ ਹੀ ਪਰਮੇਸ਼ਰ ਦੇ ਗੁਣ ਗਾਉਂਦੇ ਨੇ, ਸਿਫਤ ਸਲਾਹ ਕਰਦੇ ਨੇ। ਉਹ ਪਰਮੇਸ਼ਰ ਜੋ ਸਦਾ ਹੀ ਸੱਚਾ ਹੈ। ਫਿਰ ਗੁਰੂ ਦੇ ਸ਼ਬਦ ਦੇ ਰਾਹੀਂ ਉਹਨਾਂ ਦੇ ਆਤਮਿਕ ਜੀਵਨ ਸੋਹਣੇ ਬਣ ਜਾਂਦੇ ਨੇ। ਕਹਿੰਦੇ ਹੇ ਮੇਰੇ ਪਰਮਾਤਮਾ ਜੀ, ਅਸੀਂ ਤੁਹਾਡੇ ਬੱਚੇ ਹਾਂ, ਤੁਹਾਡੀ ਸ਼ਰਨ ਆਏ ਹਾਂ। ਕਹਿੰਦੇ ਇੱਕ ਪਰਮੇਸ਼ਰ ਹੀ ਸੱਚ ਹੈ। ਉਹ ਪਰਮੇਸ਼ਰ ਜੋ ਸਭ ਦਾ ਰਾਖਾ ਹੈ, ਜੋ ਸਭ ਤੋਂ ਉੱਚਾ ਹੈ, ਸਿਰਫ ਉਹੀ ਸਦਾ ਦੇ ਰਹਿਣ ਵਾਲਾ ਹੈ। ਜਾਗਤ ਰਹੇ ਤਿਨੀ ਪ੍ਰਭ ਪਾਇਆ, ਸਭ ਦੇ ਹਉਮੈ ਮਾਰੀ। ਗਿਰਹੀ ਮਹਿ ਸਦਾ ਹਰ ਜਨ ਉਦਾਸੀ, ਗਿਆਨ ਤਤ ਵਿਚਾਰੀ। ਜਿਹੜੇ ਕਹਿੰਦੇ ਮਾਇਆ ਦੇ ਮੋਹ ਵੱਲੋਂ ਸੁਚੇਤ ਨੇ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੇ ਰਾਹੀਂ ਅੰਦਰੋਂ ਹਉਮੈ ਖਤਮ ਕਰ ਲਈ ਆ, ਉਹਨਾਂ ਨੇ ਹੀ ਪਰਮੇਸ਼ਰ ਦਾ ਮਿਲਾਪ ਪ੍ਰਾਪਤ ਕੀਤਾ ਹੈ। ਜਿਹੜੇ ਜੀਵ ਕਹਿੰਦੇ ਗ੍ਰਹਿਸਥ ਵਿੱਚ ਰਹਿੰਦਿਆਂ ਹੋਇਆਂ ਹੀ ਮਾਇਆ ਵੱਲੋਂ ਉਪਰਾਮ ਨੇ, ਅਤੇ ਜਿਨ੍ਹਾਂ ਨੇ ਜੀਵਨ ਦੀ ਅਸਲੀਅਤ ਦੀ ਵਿਚਾਰ ਸਮਝ ਲਈ ਹੈ, ਉਹ ਗ੍ਰਹਿਸਥ ਵਿੱਚ ਰਹਿੰਦਿਆਂ ਹੋਇਆਂ ਹੀ ਨਿਰਲੇਪ ਰਹਿੰਦੇ ਨੇ, ਅਤੇ ਗ੍ਰਹਿਸਥ ਵਿੱਚ ਰਹਿੰਦਿਆਂ ਹੋਇਆਂ ਹੀ ਪਰਮੇਸ਼ਰ ਦੇ ਵਿੱਚ ਲੀਨ ਹੋਏ ਰਹਿੰਦੇ ਨੇ। ਸਤਿਗੁਰ ਸੇਵ ਸਦਾ ਸੁਖ ਪਾਇਆ, ਹਰ ਰਾਖਿਆ ਉਰ ਤਾਰੀ। ਜਿਹੜੇ ਕਹਿੰਦੇ ਸਤਿਗੁਰ ਦੀ ਦੱਸੀ ਹੋਈ ਸੱਚੀ ਸੇਵਾ ਭਗਤੀ ਕਰਦੇ ਨੇ ਹਮੇਸ਼ਾ, ਉਹ ਸਦਾ ਹੀ ਆਨੰਦ ਵਿੱਚ ਰਹਿੰਦੇ ਨੇ। ਉਹ ਸਦਾ ਹੀ ਪਰਮੇਸ਼ਰ ਨੂੰ ਹਿਰਦੇ ਵਿੱਚ ਵਸਾ ਕੇ ਰੱਖਦੇ ਨੇ। ਇਹ ਮਨੁਆ ਦਹਿ ਦਿਸ ਧਾਵਦਾ, ਦੂਜੈ ਪਾਏ ਖੁਆਇਆ। ਮਨ ਮੁਖ ਮੁਗਧ ਹਰ ਨਾਮ ਨ ਚੇਤੈ, ਬਿਰਥਾ ਜਨਮ ਗਵਾਇਆ। ਕਹਿੰਦੇ ਜਿਹੜਾ ਜੀਵ ਦਾ ਮਨ ਆ ਨਾ, ਉਹ 10 ਦਿਸ਼ਾ ਵਿੱਚ ਭਟਕਦਾ ਰਹਿੰਦਾ। ਹਮੇਸ਼ਾ ਜਿਹੜੇ ਮਾਇਕ ਪਦਾਰਥਾਂ ਨੇ ਨਾ, ਉਹਨਾਂ ਵਿੱਚ ਖਚਿਤ ਰਹਿੰਦਾ। ਜਿਹੜੇ ਮਨਮੁਖ ਨੇ ਨਾ, ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਜੀਵ ਨੇ, ਉਹ ਪਰਮੇਸ਼ਰ ਦੇ ਨਾਮ ਨੂੰ ਚੇਤੇ 'ਚ ਨਹੀਂ ਵਸਾਉਂਦੇ। ਇਸ ਤਰ੍ਹਾਂ ਉਹਨਾਂ ਦਾ ਜਨਮ ਜਿਹੜਾ ਇਹ ਮਨੁੱਖਾ ਜਨਮ ਮਿਲਿਆ, ਬੜੀ ਮੁਸ਼ਕਿਲ ਦੇ ਨਾਲ ਵਿਅਰਥ ਚਲੇ ਜਾਂਦਾ। ਸਤਿਗੁਰ ਭੇਟੇ ਤਾਂ ਨਾਉ ਪਾਏ, ਹਉਮੈ ਮੋਹ ਚੁਕਾਇਆ। ਹਰ ਜਨ ਸਾਚੇ ਸਾਚ ਕਮਾਵੈ, ਗੁਰ ਕੈ ਸ਼ਬਦ ਵਿਚਾਰੀ। ਆਪੇ ਮੇਲ ਲਏ ਪ੍ਰਭ ਸਾਚੈ, ਸਾਚ ਰੱਖਿਆ ਉਰ ਤਾਰੀ। ਨਾਨਕ ਨਾਵੋਂ ਗਤ ਮਤ ਪਾਈ, ਏਹਾ ਰਾਸ ਹਮਾਰੀ। ਫਿਰ ਕਹਿੰਦੇ ਜਿਹੜੇ ਜੀਵ ਦਾ ਮਿਲਾਪ ਗੁਰੂ ਦੇ ਨਾਲ ਹੁੰਦਾ, ਉਹਨਾਂ ਨੂੰ ਪਰਮੇਸ਼ਰ ਦਾ ਨਾਮ ਪ੍ਰਾਪਤ ਹੁੰਦਾ। ਫਿਰ ਉਹਨਾਂ ਦੇ ਅੰਦਰੋਂ ਹਉਮੈ ਅਤੇ ਮਾਇਆ ਦਾ ਮੋਹ ਖਤਮ ਹੋ ਜਾਂਦਾ। ਕਹਿੰਦੇ ਜਿਹੜੇ ਹਰੀ ਦੇ ਸੱਚੇ ਸੇਵਕ ਨੇ, ਉਹੀ ਸੱਚੀ ਸੇਵਾ ਭਗਤੀ ਕਰਦੇ ਨੇ, ਗੁਰੂ ਦੇ ਸ਼ਬਦ ਦੀ ਵਿਚਾਰ ਕਰਦੇ ਨੇ। ਜਿਨ੍ਹਾਂ ਨੇ ਕਹਿੰਦੇ ਪਰਮੇਸ਼ਰ ਨੂੰ ਹਿਰਦੇ ਵਿੱਚ ਵਸਾਇਆ ਹੈ, ਉਹਨਾਂ ਨੂੰ ਪਰਮੇਸ਼ਰ ਆਪਦੇ ਨਾਲ ਆਪ ਹੀ ਮਿਲਾ ਲੈਂਦਾ ਹੈ। ਨਾਨਕ ਜੀ ਕਹਿੰਦੇ ਨੇ ਜੀਵ ਦੀ ਉੱਚੀ ਆਤਮਿਕ ਅਵਸਥਾ ਅਤੇ ਚੰਗੀ ਅਕਲ, ਇਹ ਪਰਮੇਸ਼ਰ ਦੇ ਨਾਮ ਨਾਲ ਹੀ ਮਿਲਦੀ ਆ। ਅਤੇ ਇਹ ਉੱਚੀ ਆਤਮਿਕ ਅਵਸਥਾ ਅਤੇ ਚੰਗੀ ਅਕਲ, ਇਹੀ ਜੀਵ ਦਾ ਸਰਮਾਇਆ ਹੈ। ਜੀਵ ਦਾ ਜੋ ਅਸਲੀ ਸਰਮਾਇਆ ਹੈ, ਉੱਚੀ ਆਤਮਿਕ ਅਵਸਥਾ ਅਤੇ ਚੰਗੀ ਬੁੱਧੀ। ਇਹ ਪ੍ਰਾਪਤ ਹੁੰਦੀ ਹੈ ਪਰਮੇਸ਼ਰ ਦੇ ਨਾਮ ਰਾਹੀਂ। ਪਰਮੇਸ਼ਰ ਦਾ ਨਾਮ ਮਿਲਦਾ ਹੈ ਗੁਰੂ ਦੁਆਰਾ, ਅਤੇ ਗੁਰੂ ਦੀ ਸ਼ਰਨ ਪਈਏ, ਗੁਰੂ ਦੇ ਚਰਨਾਂ ਨਾਲ ਜੁੜੀਏ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ। ਸਤਿਗੁਰੂ ਜੀ, ਪਰਮੇਸ਼ਰ ਜੀ, ਆਪ ਦੀ ਧੁਰਕੀ ਬਾਣੀ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ। ਅੱਗੇ ਤੋਂ ਸਮੱਤ ਦੇਣੀ ਸਤਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ।